ਸ੍ਰੀ ਵਾਹਿਗੁਰੂ ਜੀ। ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਨਾਨਕ ਨਾਮ ਨਿਰੰਜਨ ਜਾਨੋ ਕੀਨੀ ਭਗਤ ਪ੍ਰੇਮ ਲਿਵ ਲਾਈ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀ ਨੀਮ ਰਖਾਈ। ਰੂਪ ਵਟਾਇਆ ਸਤਿਗੁਰੂ ਨਾਮ ਰੂਪ ਵਟਾਇਆ ਸਤਿਗੁਰੂ ਨਾਮ ਰੂਪ ਵਟਾਇਆ ਸਤਿਗੁਰੂ ਨਾਨਕ ਰੂਪ ਵਟਾਇਆ ਸਤਿਗੁਰੂ ਨਾਨਕ ਰੂਪ ਵਟਾਇਆ ਸਤਿਗੁਰੂ ਨਾਨਕ ਸਤਿਗੁਰੂ ਨਾਨਕ ਰੂਪ ਵਟਾਇਆ ਸਤਿਗੁਰੂ ਨਾਨਕ ਗੁਰੂ ਨਾਨਕ ਰੂਪ ਵਟਾਇਆ ਸਤਿਗੁਰੂ ਨਾਨਕ ਰੂਪ ਵਟਾਇਆ ਸਤਿਗੁਰੂ ਨਾਨਕ ਰੂਪ ਵਟਾਇਆ ਰੂਪ ਵਟਾਇਆ ਸਤਿਗੁਰੂ ਨਾਨਕ ਰੂਪ ਵਟਾਇਆ ਸਤਿਗੁਰੂ ਨਾਨਕ ਰੂਪ ਵਟਾਇਆ ਸਤਿਗੁਰੂ ਨਾਨਕ ਰੂਪ ਵਟਾਇਆ ਸਤਿਗੁਰੂ ਨਾਨਕ ਜਾਰਤ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ। ਚੜੇ ਸਵਾਈ ਦੇਹ ਦਿਹੀ ਕਲਯੁਗ ਨਾਨਕ ਨਾਮ ਤੇ ਆਇਆ। ਵਿਣ ਨਾਵੈ ਹੋਰ ਮੰਗਣਾ ਸਿਰ ਦੁੱਖਾਂ ਦੇ ਦੁੱਖ ਸਬਾਇਆ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਥਾਪਿਆ ਲਹਿਣਾ ਜੀਮ ਦੇ ਗੁਰਿਆਈ ਸਿਰ ਛਤਰ ਫਿਰਾਇਆ। ਜੋਤੀ ਜੋਤ ਮਿਲਾਏ ਕੈ ਸਤਿਗੁਰੂ ਨਾਨਕ ਰੂਪ ਵਟਾਇਆ।
लख ना कोई सकई, आचर्य आचर्य दिखाया, काया पलट स्वरूप बनाया। ज्यों दीवे तू दीवा जी, अंग परस के अंगद होया। ज्यों दीवे तू दीवा, अंग परस के अंगद होया। ज्यों दीवे तू दीवा जी, अंग परस के अंगद होया। ज्यों दीवे तू दीवा जी, अंग परस के अंगद होया। दीवे तो दीवा जी, अंग परस के। ज्यों दीवे तो दीवा जी, अंग परस के अंगद होयो। 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 अंग परस के अंग परस के अंगद होयो। ज्यों दीवे तो दीवा जी, अंग परस के अंगद होयो। ज्यों दीवे तो दीवा, अंग परस के अंगद होयो। ज्यों दीवे तो दीवा जी, अंग परस के अंगद होयो। ज्यों दीवे तो दीवा जी, अंग परस के अंगद होयो। ज्यों दीवे तो दीवा जी, अंग परस के अंगद होयो। परम सत्कारयोग हाजरा हजूर ज़ारा ज़हूर सर्ब कला भरपूर जुगो जुग अटल ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜੇ ਬੈਠੇ ਸਰਬੱਤ ਮਾਈ ਭਾਈ ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਅਦਬ ਸਤਕਾਰ ਸਹਿਤ ਗੁਰਫਤਿਹ ਦੀ ਸਾਂਝ ਪਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰ ਵਾਲੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਜੀ, ਜੋ ਕਿ ਹਰ ਸਾਲ ਆਪ ਸਮੂਹ ਸੰਗਤਾਂ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਰਹਿਮਤ ਬਖਸ਼ਿਸ਼ ਕਿਰਪਾ ਦਾ ਸਦਕਾ ਵੱਡਿਆਂ ਮਹਾਂਪੁਰਸ਼ਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸਾਲਾਨਾ ਸੰਤ ਸਮਾਗਮ ਗੁਰਮਤਿ ਸਮਾਗਮ ਇਹ ਸੁਭਾਗਾ ਸਮਾਂ ਮਹਾਰਾਜ ਦੀ ਕਿਰਪਾ ਸਦਕਾ ਆਪਾਂ ਸਭਨਾਂ ਨੂੰ ਪ੍ਰਾਪਤ ਹੁੰਦਾ ਹੈ। ਪਿਛਲੇ ਕਈ ਦਿਨਾਂ ਤੋਂ ਆਪ ਜੀ ਲਾਹਾ ਪ੍ਰਾਪਤ ਕਰ ਰਹੇ ਹੋ। ਹਰ ਰੋਜ਼ ਇਸ ਪਾਵਨ ਦਰਬਾਰ ਦੇ ਅੰਦਰ ਸੰਗਤਾਂ ਜੁੜਦੀਆਂ ਨੇ। ਆਏ ਹੋਏ ਸਤਿਪੁਰਸ਼ਾਂ ਦੇ ਪਾਸੋਂ, ਗੁਣੀ ਗਿਆਨੀ ਸਿੱਖਾਂ ਦੇ ਪਾਸੋਂ, ਆਪ ਜੀ ਸਾਧੂਆਂ ਦੇ ਪਾਸੋਂ उत्तम सलोक साध के बचन, अमलीक लाल एह रतन, सुनत कमावत होत उधार, आप तरह लोकह निस्तार। सो अज भी इस भाग समा महाराज ने आपां नूं बख्शिश कीता है। साडे तो पहला पावन दरबार दे अंदर महापुरुषां दे दरबार दा हजूरी कीर्तनी जथा ਅਤੇ ਸਤਿਕਾਰਯੋਗ स्वामी हरपाल दास जी उदासीन डेरा समाधा इमामगढ़ वाले महापुरख आप जी नूं प्रवचन सरवण करा रहे सी। गल ते कमाई ते निबड़नी है, सुनदियां सारी जिंदगी लंघ जांदी। कदर उदों पैंदी है जदों साध संगत गुरु के बचनां नूं जीवन दे विच ढालिया जांदा है। तन मन धन सब सौंप गुर को, हुक्म मन्निया पाईए। तन भी मन भी धन भी सौंपना पैंदा, फिर हुक्म मन्नना पैंदा। ये दिखावे दा मार्ग नहीं है। जिवें महापुरुष बचन कर रहे सी
रोज़ अरदास दे विच तुसीं बचन कहंदे हो, बख्शो जी सिखां नूं सिੱਖੀ दान। सिੱਖੀ ਦਾ ਭੇਖ ਧਾਰਨ ਕਰ ਲੈਣਾ ਕੋਈ ਬਹੁਤਾ ਔਖਾ ਵੀ ਨਹੀਂ ਹੈ। ਧਰਮੀ ਦਿਸ ਸਕਦੇ ਹੋ ਤੁਸੀਂ, ਪਰ ਧਰਮੀ ਬਣਨਾ, ਧਰਮ ਹਿਰਦੇ ਵਿੱਚ ਧਾਰਨ ਕਰਨਾ, ਧਰਮ ਦੇ ਅਸੂਲਾਂ ਨੂੰ, ਧਰਮ ਦੇ ਨਿਯਮਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲੈਣਾ, ਇਹ ਕਿਸੇ ਕਿਸੇ ਦੇ ਗੱਲ ਹਿੱਸੇ ਆਉਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਨਮਸਕਾਰ ਕਰਨਾ ਵੀ ਭਗਤੀ ਲਿਖੀ ਹੈ। ਨਮਸਕਾਰ ਕਰਨਾ ਵੀ ਚੰਗੀ ਗੱਲ ਹੈ, ਪਰ ਉਸ ਤੋਂ ਅੱਗੇ ਨਮਸਕਾਰ ਕਰਨ ਤੋਂ ਬਾਅਦ ਗੁਰੂ ਕੇ ਬਚਨਾਂ ਦੀ ਕਮਾਈ ਕਰਨੀ। ਜੇ ਨਮਸਕਾਰ ਕਰਕੇ ਹੀ ਇਕੱਲਾ ਇਹ ਸਮਝੀ ਬੈਠਾ ਕੋਈ ਵੀ ਮੇਰਾ ਇੰਨੇ ਨਾਲ ਹੀ ਭਲਾ ਹੋ ਜਾਣਾ ਹੈ, ਤਾਂ ਮਹਾਰਾਜ ਆਸਾ ਦੀ ਵਾਰ 'ਚ ਬਚਨ ਕਰਦੇ ਨੇ, ਕਹਿੰਦੇ ਸੀਸ ਨਿਵਾਇਆ ਕਿਆ ਥੀਐ ਜਾਂ ਹਿਰਦੈ ਕਸੁੱਧੇ ਜਾਏ। ਤੈਂ ਸੀਸ ਨਿਵਾਇਆ, ਮੱਥਾ ਟੇਕਿਆ, ਪਰ ਅੰਦਰ ਤਬਦੀਲ ਨਹੀਂ ਹੋਇਆ, ਮਨ ਨਹੀਂ ਬਦਲੀ ਹੋਇਆ, ਮਨ ਦੇ ਵਿਚਾਰ ਨਹੀਂ ਬਦਲੀ ਹੋਏ। ਅੰਦਰ ਖੋਟਾਪਨ ਉਸੇ ਤਰ੍ਹਾਂ ਹੀ ਹੈ, ਅੰਦਰ ਈਰਖਾ ਉਸੇ ਤਰ੍ਹਾਂ ਹੀ ਹੈ, ਅੰਦਰ ਵਿਕਾਰ ਉਸੇ ਤਰ੍ਹਾਂ ਹੀ ਹਨ। ਜੀਵਨ ਨਹੀਂ ਬਦਲੀ ਹੋਇਆ ਤਾਂ ਫੇਰ ਕਹਿੰਦੇ ਕੱਲੇ ਮੱਥਾ ਟੇਕਣ ਦੇ ਨਾਲ ਭਲਾ ਤੇਰਾ ਕਿਵੇਂ ਹੋਵੇ। ਅੱਜ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਗੁਰਤਾ ਗੱਦੀ ਪੁਰਬ ਵੀ ਆਇਆ। ਆਪ ਜੀ ਭਾਈ ਸਾਹਿਬ ਮੁਹੱਬਤ ਪ੍ਰੀਤ ਸਿੰਘ ਜੀ ਉਹਨਾਂ ਦੇ ਪਾਸੋਂ ਮਹਾਰਾਜ ਦੇ ਜੀਵਨ ਦੇ ਕੁਝ ਅੰਸ਼ ਸਰਵਣ ਕਰ ਰਹੇ ਸੀ। ਗੁਰਤਾ ਗੱਦੀ ਤੇ ਸੁਭਾਏਮਾਨ ਹੋਣ ਤੋਂ ਪਹਿਲਾਂ ਮਹਾਰਾਜ ਦਾ ਜੋ ਨਾਮ ਸੀ ਇਤਿਹਾਸ ਵਿੱਚ ਆਉਂਦਾ ਜੀ ਭਾਈ ਲਹਿਣਾ। ਖਡੂਰ ਦੇ ਵਿੱਚ ਰਹਿੰਦੇ ਸੀ। ਜਿਵੇਂ ਪਿਤਾ ਪੁਰਖੀ ਚਾਲਾ ਚੱਲਿਆ ਆਉਂਦਾ ਸੀ ਪਰਿਵਾਰ ਦਾ, ਸਮਾਜ ਦਾ, ਉਵੇਂ ਜਿਵੇਂ ਆਪ ਵੀ ਚੱਲ ਰਹੇ ਸੀ। ਫਿਰ ਸੰਗਤ ਹੋਈ ਮਹਾਂਪੁਰਖਾਂ ਦੀ। ਗੁਰੂ ਨਾਨਕ ਦੇ ਦਰੋਂ ਵਰਸਾਏ ਹੋਏ ਰੰਗੀ ਹੋਈ ਰੂਹ ਭਾਈ ਜੋਧ ਜੀ। ਜੀਵਨ ਦੇ ਵਿੱਚ ਰੰਗਿਆਂ ਹੋਇਆਂ ਦਾ ਮਿਲਣਾ ਬੜਾ ਜ਼ਰੂਰੀ ਹੈ। ਹੁਣੇ ਬਾਬਾ ਜੀ ਬਚਨ ਕਰਕੇ ਹਟੇ ਹੈ ਕਿ ਕਈ ਵਾਰੀ ਆਪਾਂ ਕਹਿ ਦਿੰਨੇ ਵੀ ਅਸੀਂ ਗੁਰੂ ਵਾਲੇ ਬਣ ਗਏ, ਅਸੀਂ ਅੰਮ੍ਰਿਤ ਛਕ ਲਿਆ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗ ਗਏ। ਪਰ ਸਾਡੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਸਤਪਾਲ ਸਿੰਘ ਜੀ ਮਹਾਰਾਜ ਇਹ ਵਚਨ ਕਰਦੇ ਹੁੰਦੇ ਐ, ਕਹਿੰਦੇ ਠੀਕ ਹੈ ਅੰਮ੍ਰਿਤ ਛਕ ਲਿਆ, ਗੁਰੂ ਵਾਲੇ ਬਣ ਗਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਧਾਰਨ ਕਰ ਲਿਆ, ਪਰ ਪਿਆਰਿਓ ਜੇ ਰੂਹਾਨੀ ਤਰੱਕੀ ਕਰਨੀ ਹੈ ਤਾਂ ਕਿਸੇ ਬੰਦਗੀ ਵਾਲੇ ਸਾਧੂ ਦੀ ਸੰਗਤ ਕਰਨੀ ਪਏਗੀ। ਜਿੰਨਾ ਚਿਰ ਤੱਕ ਬੰਦਗੀ ਵਾਲਿਆਂ ਦਾ ਸੰਗ ਨਹੀਂ ਕਰਾਂਗੇ ਤੇ ਉਨਾ ਚਿਰ ਤੱਕ ਰੂਹਾਨੀ ਤਰੱਕੀ ਨਹੀਂ ਹੋ ਸਕਦੀ, ਉਸ ਮਾਰਗ ਦਾ ਪਤਾ ਨਹੀਂ ਲੱਗ ਸਕਦਾ। ਬੜਾ ਜ਼ਰੂਰੀ ਹੈ, ਬੜਾ ਲਾਜ਼ਮੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਵੀ ਆਪਾਂ ਨੂੰ ਸਮਝਾਇਆ ਹੈ। ਕਹਿੰਦੇ ਰੱਬ ਦੇ ਪਿਆਰਿਆਂ ਦਾ ਮੇਲਾ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਅੱਜ ਸ਼ੰਕਾ ਕਰਦੇ ਨੇ, ਕਹਿੰਦੇ ਦੇਖੋ ਜੀ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਲਿਖਿਆ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਦਾਤਾ ਤਾਂ ਇੱਕ ਹੈ, ਫਿਰ ਸੰਤਾਂ ਕੋਲੇ ਕੀ ਕਰਨ ਜਾਣਾ ਹੈ। ਹੁਣ ਇੱਕ ਸਿੱਧੀ ਜੀ ਕਹਾਵਤ ਹੈ ਵੀ ਅੱਧੀ ਬਿਸਮਿਲ੍ਲਾ ਲੈ ਕੇ ਤੁਰ ਪੈਂਦੇ ਆ, ਪੂਰਾ ਗਿਆਨ ਨਹੀਂ ਹੁੰਦਾ। ਜਿਵੇਂ ਕਿਸੇ ਨੇ ਕਹਿਤਾ ਉਵੇਂ ਆਪਾਂ ਸੁਣ ਲਿਆ, ਜਿਵੇਂ ਕਿਸੇ ਨੇ ਕਹਿਤਾ ਉਵੇਂ ਆਪਾਂ ਮੰਨ ਲਿਆ। ਪਰ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਜੀ ਕੀ ਵਚਨ ਕਰਦੇ ਨੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਨ ਜਨ ਆਪਣਾ ਖਸਮ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ। ਤਿਸ ਕੀ ਸਰਨ ਸਰਬ ਸੁਖ ਪਾਵ ਹੈ, ਤਿਸ ਕੈ ਦਰਸ ਸਭ ਪਾਪ ਮਿਟਾਵ ਹੈ। ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ। ਆਵਣ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਸਦ ਪੈਰਾ। ਫਿਰ ਇਹ ਪੰਕਤੀਆਂ ਕਿੱਥੇ ਜਾਣਗੀਆਂ। ਜੇ ਕੋਈ ਕਹੇ ਵੀ ਅਸੀਂ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਸਾਨੂੰ ਕਿਸੇ ਸਾਧੂ ਸੰਤ ਨੂੰ ਮੰਨਣ ਦੀ ਲੋੜ ਨਹੀਂ। ਨਹੀਂ ਪਿਆਰਿਓ ਜੀ, ਮੇਲਾ ਰੱਬ ਦੇ ਪਿਆਰਿਆਂ ਦਾ ਹੋਵੇ
ਸੁੱਤੇ ਜਦੋਂ ਭਾਗ ਜਾਗ ਰੱਬ ਦੇ ਪਿਆਰਿਆਂ ਦਾ ਹੋਵੇ ਸੁੱਤੇ ਜਦੋਂ ਭਾਗ ਜਾਗ ਰੱਬ ਦੇ ਪਿਆਰਿਆਂ ਦਾ ਹੋਵੇ ਸੁੱਤੇ ਜਦੋਂ ਭਾਗ ਜਾਗਦੇ ਮੇਰਾ ਰੱਬ ਦੇ ਪਿਆਰਿਆਂ ਦਾ ਹੋਵੇ ਸੁੱਤੇ ਜਦੋਂ ਭਾਗ ਜਾਗਦੇ ਮੇਰਾ ਰੱਬ ਦੇ ਜਾਗਦੇ ਮੇਲਾ ਰੱਬ ਦੇ ਪਿਆਰਿਆਂ ਦਾ ਹੋਵੇ ਸੁੱਤੇ ਜਦੋਂ ਭਾਗ ਜਾਗਦੇ ਰੱਬ ਦੇ ਪਿਆਰਿਆਂ ਦਾ ਹੋਵੇ ਸੁੱਤੇ ਜਦੋਂ ਭਾਗ ਜਾਗਦੇ ਮੇਲਾ ਰੱਬ ਦੇ ਪਿਆਰਿਆਂ ਦਾ ਹੋਵੇ ਸੁੱਤੇ ਜਦੋਂ ਭਾਗ ਜਾਗਦੇ ਮੇਲਾ ਰੱਬ ਦੇ ਪਿਆਰਿਆਂ ਦਾ ਹੋਵੇ ਸੁੱਤੇ ਜਦੋਂ ਭਾਗ ਜਾਗਦੇ ਮੇਲਾ ਰੱਬ ਦੇ ਪਿਆਰਿਆਂ ਦਾ ਬਾਬਾ ਮੇਲਾ ਸੁੱਤੇ ਜਦੋਂ ਭਾਗ ਜਾਗਦੇ ਸੁੱਤੇ ਜਦੋਂ ਭਾਗ ਜਾਗਦੇ ਭਾਗ ਜਾਗਦੇ ਸੁੱਤੇ ਜਦੋਂ ਜੀ ਭਾਗ ਜਾਗਦੇ ਸੁੱਤੇ ਜਦੋਂ ਜੀ ਭਾਗ ਜਾਗਦੇ ਜਦੋਂ ਭਾਗ ਜਾਗਦੇ ਭਾਈ ਜੋਧ ਜੀ ਦੀ ਸੰਗਤ ਦੇ ਵਿੱਚੋਂ ਉਹਨਾਂ ਦੇ ਪ੍ਰਵਚਨਾਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਮਾਰਗ ਪਤਾ ਲੱਗਿਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨਾਂ ਦੀ ਖਿੱਚ ਪੈਦਾ ਹੋਈ। ਅਸਲ ਵਿੱਚ ਮਨੁੱਖ ਦੇ ਮਨ ਵਿੱਚ ਜਿਸ ਚੀਜ਼ ਦੀ ਇੱਛਾ ਪੈਦਾ ਹੁੰਦੀ ਹੈ ਫਿਰ ਉਸ ਪਾਸੇ ਨੂੰ ਯਤਨ ਕਰਦਾ ਹੈ। ਧਨ ਕਮਾਉਣ ਦੀ ਇੱਛਾ ਪੈਦਾ ਹੁੰਦੀ ਹੈ, ਇਸੇ ਕਰਕੇ ਉਦਮ ਕਰਦਾ ਹੈ। ਧਰਮ ਕਮਾਉਣ ਦੀ ਇਹਦੇ ਅੰਦਰ ਇੱਛਾ ਹੀ ਪੈਦਾ ਨਹੀਂ ਹੁੰਦੀ, ਇਸ ਕਰਕੇ ਉਧਰ ਨੂੰ ਇਹ ਤੁਰਦਾ ਵੀ ਨਹੀਂ ਹੈ। ਜਿਨ੍ਹਾਂ ਦੇ ਮਨ ਅੰਦਰ ਧਰਮ ਕਮਾਉਣ ਦੀ ਇੱਛਾ ਪੈਦਾ ਹੁੰਦੀ ਹੈ ਉਹ ਫਿਰ ਯਤਨ ਕਰਦੇ ਨੇ, ਉਹ ਫਿਰ ਲੱਭਦੇ ਨੇ ਉਹਨਾਂ ਨੂੰ ਜਿਨ੍ਹਾਂ ਦੀ ਸੰਗਤ ਦੇ ਵਿੱਚ ਧਰਮ ਦੀ ਸਿੱਖਿਆ ਪ੍ਰਾਪਤ ਹੁੰਦੀ, ਸਿੱਖਿਆ ਮਿਲਦੀ ਹੈ। ਗੁਰਮੁਖੋ ਬਾਬਾ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਏ। ਮੈਂ ਬਹੁਤ ਡੂੰਘਾਈ ਵਿੱਚ ਇਤਿਹਾਸ ਨਹੀਂ ਸੁਣਾ ਸਕਾਂਗਾ, ਸਮਾਂ ਇਜਾਜ਼ਤ ਨਹੀਂ ਦਿੰਦਾ। ਕੇਵਲ ਟੂਕ ਮਾਤਰ ਵਿਚਾਰ। ਸ਼ਰਨ ਵਿੱਚ ਆਪਾਂ ਵੀ ਆਉਨੇ ਆ, ਕਹਿੰਦੇ ਜੀ ਇੱਕ ਰੋਜ਼ ਆਇਆ ਕਰੇ ਮੱਥਾ ਟੇਕਣ ਨੂੰ, 10 ਦਾ ਨੋਟ ਮੱਥਾ ਟੇਕਿਆ ਕਰੇ, ਜਾਣ ਲੱਗਾ ਚੱਕ ਕੇ ਲੈ ਜਾਇਆ ਕਰੇ।
रोज आया करे, एक प्रमाण दिता है किसी सतपुरुष ने, रोज आया करे, 10 ਦਾ ਨੋਟ ਮੱਥਾ ਟੇਕਿਆ ਕਰੇ, ਜਾਣ ਲੱਗਾ ਉੱਠ ਕੇ ਚੱਕ ਜਾਵੇ ਤਾਂ ਚੱਕ ਕੇ ਲੈ ਜਾਵੇ 10 ਦਾ। ਉਹ ਕਈ ਦਿਨ ਦੇਖਦੇ ਰਹੇ, ਉਹ ਦੇਖਦੇ ਰਹੇ। ਇੱਕ ਦਿਨ ਜਦੋਂ ਉੱਠ ਕੇ ਜਾਣ ਲੱਗਾ, ਉਹ 10 ਰੁਪਏ ਚੱਕਣ ਲੱਗਿਆ ਆਪਣੇ ਵਾਲੇ, ਉਹ ਪ੍ਰਬੰਧਕਾਂ ਦੇ ਵਿੱਚੋਂ ਇੱਕ ਨੇ ਉੱਠ ਕੇ ਬਾਂਹ ਫੜ ਲਈ, ਕਹਿੰਦੇ ਉਹ ਗੱਲ ਸੁਣ, ਤੇਰੇ ਸਿਰ ਤੇ ਕਿਸੇ ਨੇ ਤਲਵਾਰ ਲਟਕਾਈ ਹੋਈ ਹੈ ਵੀ ਤੂੰ ਮੱਥਾ ਟੇਕਣਾ ਜ਼ਰੂਰ 10 ਦਾ, ਤੂੰ ਨਾ ਟੇਕਿਆ ਕਰ, ਜੇ ਜਾਣ ਲੱਗੇ ਨੇ ਚੱਕ ਕੇ ਲਿਜਾਣਾ ਹੁੰਦਾ, ਤੂੰ ਕਿਉਂ ਮੱਥਾ ਟੇਕਦਾ ਫਿਰ? ਬਿਨਾਂ ਮਾਇਆ ਤੋਂ ਮੱਥਾ ਟੇਕ ਲਿਆ ਕਰ। ਕਹਿੰਦਾ ਮੈਂ ਇਕੱਲਾ ਹੀ ਨਹੀਂ ਇੱਦਾਂ ਕਰਦਾ, ਤੁਸੀਂ ਵੀ ਸਾਰੇ ਇੱਦਾਂ ਹੀ ਕਰਦੇ ਹੋ, ਮੈਂ ਇਕੱਲਾ ਹੀ ਥੋੜ੍ਹਾ ਕਰਦਾ, ਮੈਨੂੰ ਹੀ ਕਿਉਂ ਫੜਦੇ ਹੋ? ਆਪਣੇ ਆਪ ਨੂੰ ਵੀ ਫੜੋ। ਕਹਿੰਦੇ ਉਹ ਗੱਲ ਸੁਣ, ਅਸੀਂ ਤਾਂ ਕਦੇ ਨਹੀਂ ਇੱਦਾਂ ਕੀਤੀ, ਅਸੀਂ ਤੇ ਮਾਇਆ ਰੱਖ ਕੇ ਕਦੇ ਚੱਕੀ ਨਹੀਂ ਹੈ, ਜਿਹੜੀ ਮੱਥਾ ਟੇਕਤੀ। ਕਹਿੰਦੇ ਹਾਂ ਤਾਂ ਗੱਲ ਹੈਗੀ ਆ ਵੀ ਤੁਸੀਂ ਮਾਇਆ ਤਾਂ ਨਹੀਂ ਚੱਕਦੇ, ਪਰ ਮੱਥਾ ਟੇਕਣ ਵੇਲੇ ਜਿਹੜਾ ਆਪਣਾ ਸਿਰ ਰੱਖਦੇ ਹੋ, ਮੱਤ ਤਾਂ ਮੁੜ ਕੇ ਚੱਕ ਕੇ ਲੈ ਹੀ ਜਾਂਦੇ ਹੋ ਨਾ, ਮੱਤ ਤਾਂ ਨਹੀਂ ਇੱਥੇ ਛੱਡ ਕੇ ਜਾਂਦੇ। ਸਾਡਾ ਬਹੁਤਿਆਂ ਦਾ ਹਾਲ ਇਹੀ ਹੈ, 10 ਸਾਲ ਹੋ ਗਏ ਸੰਤਾਂ ਕੋਲੇ ਆਉਂਦਿਆਂ, 20 ਸਾਲ ਹੋ ਗਏ ਸੰਤਾਂ ਕੋਲੇ ਆਉਂਦਿਆਂ, ਰੋਜ਼ ਦੇ 2 ਸੁਖਮਨੀ ਸਾਹਿਬ ਵੀ ਕਰਦੇ ਹੋ, 25 ਜਪਜੀ ਸਾਹਿਬ ਵੀ ਚੱਲਦੇ ਐ, ਨਿੰਦਿਆ ਚੁਗਲੀ ਕਿਸੇ ਦੀ ਛੱਡਦੇ ਨਹੀਂ ਹੈ। ਕੀ ਕਰੂ ਤੇਰਾ ਸੁਖਮਨੀ ਸਾਹਿਬ ਕਰਿਆ ਹੋਇਆ? ਵਿਗੜਿਆ ਚਾਟਾ ਦੁੱਧ ਦਾ ਕਾਂਜੀ ਦੀ ਚਫੇਟ। ਭਾਈ ਗੁਰਦਾਸ ਜੀ ਕੀ ਕਹਿੰਦੇ? ਕਹਿੰਦੇ ਚਾਟੀ ਦੁੱਧ ਦੀ ਭਰੀ ਹੋਵੇ, ਮਾੜੀ ਜਿਹੀ ਖਟਿਆਈ ਵਿੱਚ ਡਿੱਗ ਪਵੇ, ਚਾਟੀ ਦੁੱਧ ਦੀ ਖਰਾਬ ਹੋ ਜਾਂਦੀ ਹੈ। ਜਪ ਤਪ ਕਰੋ, ਸੇਵਾ ਕਰੋ, ਸਿਮਰਨ ਕਰੋ, ਬਾਣੀ ਪੜ੍ਹੋ, ਸੰਗਤ ਕਰੋ, ਪਰ ਉਹ ਸਭ ਕੁਝ ਕੀਤੇ ਹੋਏ ਨੂੰ ਸੰਭਾਲਣਾ ਵੀ ਸਿੱਖੋ, ਸਾਂਭਣਾ ਵੀ ਸਿੱਖੋ। ਉਸ ਖਜ਼ਾਨੇ ਨੂੰ ਸੰਭਾਲਣਾ ਕਿੱਦਾਂ ਹੈ? ਅਸੀਂ ਤੇ ਦੋਸ਼ ਲੱਭਦੇ ਫਿਰਦੇ ਆਂ, ਕੋਈ ਲੱਭ ਜਾਵੇ ਬਸ ਉਹਨੂੰ ਛੱਜ 'ਚ ਪਾ ਕੇ ਛੱਟ ਸਿੱਟੀਏ ਅਸੀਂ। ਹੁਣ ਕੰਮ ਇਹੀ ਚੱਲਦਾ ਨਾ, ਆ ਮੀਡੀਆ ਕੱਲੇ ਕੱਲੇ ਕੋਲ ਮੋਬਾਈਲ ਫੋਨ, ਕਿਹੜੀ ਕੋਈ ਰੋਕ ਟੋਕ ਹੈ? ਕੋਈ ਰੋਕ ਟੋਕ ਨਹੀਂ ਹੈ, ਦਿਨ ਰਾਤ ਕੰਮ ਚੱਲੀ ਜਾਂਦਾ ਬਸ। ਪਰ ਮਨਾ ਇਹ ਮਾੜੇ ਕਰਮਾਂ ਦੇ ਬੀਜ ਬੀਜੀ ਤਾਂ ਜਾਣਾ ਹੈ, ਪਰ ਜਿੱਦਣ ਉਹਦੀ ਦਰਗਾਹ ਵਿੱਚ ਗਿਆ ਨਾ ਤੇ ਫੇਰ ਦੇਖੀ ਤੇਰਾ ਹਾਲ ਕੀ ਹੋਣਾ। ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਪ੍ਰੇਮ ਨਾਲ ਪੜਿਓ ਉਸ ਦਰਗਾਹ ਦੇ ਵਿੱਚ ਫਿਰ ਕੀ ਹਾਲ ਹੁੰਦਾ। ਤਾਹਾਂ ਮਾਰ ਕੇ ਨਮਾਣੀ ਜਿੰਦ ਰੋਵੇ, ਔਗਣਾ ਨੂੰ ਯਾਦ ਕਰਕੇ। ਤਾਹਾਂ ਮਾਰ ਕੇ ਨਮਾਣੀ ਜਿੰਦ ਰੋਵੇ, ਔਗਣਾ ਨੂੰ ਯਾਦ ਕਰਕੇ। ਮਾਰ ਕੇ ਨਮਾਣੀ ਜਿੰਦ ਰੋਵੇ, ਔਗਣਾ ਨੂੰ ਯਾਦ ਕਰਕੇ। ਤਾਹਾਂ ਮਾਰ ਕੇ ਨਮਾਣੀ ਜਿੰਦ ਰੋਵੇ, ਔਗਣਾ ਨੂੰ ਯਾਦ ਕਰਕੇ। ਮਾਰ ਕੇ ਮਾਣੀ ਜਿੰਦ ਰੋਵੇ, ਔਗਣਾ ਨੂੰ ਯਾਦ ਕਰਕੇ। ਇੱਥੇ ਨਹੀਂ ਮੰਨਦੇ ਗੁਰੂ ਸਾਹਿਬ ਦਾ ਆਖਾ, ਇੱਥੇ ਨਹੀਂ ਮੰਨਦੇ ਮਹਾਂਪੁਰਖਾਂ ਦੇ ਬਚਨ। ਮਾਰੇ ਕਹਿੰਦੇ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਬੀਤਦਾ ਜਾ ਰਿਹਾ ਸਮਾਂ, ਰੈਣ ਗਵਾਈ ਸੋਏ ਕੈ ਦਿਵਸ ਗਵਾਇਓ। ਖਾਏ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ। ਧੰਨ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਆਏ। ਬਸ ਐਸਾ ਮੱਥਾ ਟੇਕਿਆ, ਸਦਾ ਵਾਸਤੇ ਆਪਣਾ ਆਪ ਭੇਟ ਕਰ ਦਿੱਤਾ। ਮਿਲ ਸਕਦਾ ਆਪਾਂ ਨੂੰ ਵੀ, ਮਿਲਾਪ ਹੋ ਸਕਦਾ। ਮਹਾਰਾਜ ਨੇ ਆਪਾਂ ਬਾਬਤੀ ਕਿਹਾ ਨਾ ਸਾਰਿਆਂ ਲਈ, ਜਿੰਨੇ ਆਪਾਂ ਮਾਨਸ ਦੇਹੀ ਵਿੱਚ ਬੈਠੇ ਆ। ਭਈ ਪ੍ਰਾਪਤ ਮਾਨਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ। ਜੇ ਆਪਾਂ ਸਾਨੂੰ ਤੁਹਾਨੂੰ ਵੀ ਕਿਹਾ ਨਾ ਵਾਰੀ ਹੈ ਤੇਰੀ ਭਾਈ ਮਿਲਣ ਦੀ। ਮਿਲ ਸਕਦਾ ਹੈ ਪਰ ਕਿਵੇਂ? ਮਨ ਦਿੱਤਿਆਂ ਤੇ ਰੱਬ ਮਿਲ ਜਾਂਦਾ।
ਦਿੱਤਿਆਂ ਤੇ ਰੱਬ ਮਿਲ ਜਾਂਦਾ, ਮਨ ਦਿੱਤਿਆਂ ਤੇ ਰੱਬ ਮਿਲ ਜਾਂਦਾ, ਮਨ ਦਿੱਤਿਆਂ ਤੇ ਰੱਬ ਮਿਲ ਜਾਂਦਾ, ਦਿੱਤਿਆਂ ਤੇ ਰੱਬ ਮਿਲ ਜਾਂਦਾ। ਜੇ ਮੁੜ ਵਾਪਸ ਨਾ ਮੰਗੇ, ਮਨ ਦਿੱਤਿਆਂ ਤੇ ਰੱਬ ਮਿਲ ਜਾਂਦਾ, ਦਿੱਤਿਆਂ ਤੇ ਰੱਬ ਮਿਲ ਜਾਂਦਾ। ਜੇ ਮੁੜ ਵਾਪਸ ਨਾ ਮੰਗੇ, ਦਿੱਤਿਆਂ ਤੇ ਰੱਬ ਮਿਲ ਜਾਂਦਾ, ਦਿੱਤਿਆਂ ਤੇ ਰੱਬ ਮਿਲ ਜਾਂਦਾ। ਜੇ ਮੁੜ ਵਾਪਸ ਨਾ ਮਨ ਦਿੱਤਿਆਂ ਤੇ ਰੱਬ ਮਿਲ ਜਾਂਦਾ, ਜੇ ਮੁੜ ਵਾਪਸ ਨਾ ਮੰਗੇ, ਮਨ ਦਿੱਤਿਆਂ ਤੇ ਰੱਬ ਮਿਲ ਜਾਂਦਾ, ਮਨ ਦਿੱਤਿਆਂ ਤੇ ਰੱਬ ਮਿਲ ਜਾਂਦਾ। ਜੇ ਮੁੜ ਵਾਪਸ ਨਾ ਮੰਗੇ, ਮਨ ਦਿੱਤਿਆਂ ਤੇ ਰੱਬ ਮਿਲ ਜਾਂਦਾ, ਮਨ ਦਿੱਤਿਆਂ ਤੇ ਰੱਬ ਮਿਲ ਜਾਂਦਾ। ਜੇ ਮੁੜ ਵਾਪਸ ਨਾ ਮੰਗੇ, ਮਨ ਦਿੱਤਿਆਂ ਤੇ ਰੱਬ ਮਿਲ ਜਾਂਦਾ, ਮਨ ਦਿੱਤਿਆਂ ਤੇ ਵਾਹਿਗੁਰੂ ਮਿਲ ਜਾਂਦਾ ਹੈ। ਪਰ ਇਹ ਨਹੀਂ ਹੈ ਅੱਜ ਗੁਰਮੁਖ ਬਣ ਗਏ, ਕੱਲ ਨੂੰ ਫੇਰ ਉਸੇ ਲੀਹੇ, ਕੱਲ ਨੂੰ ਫੇਰ ਉਹੋ ਜੇ ਕੰਮ। ਨਹੀਂ, ਇਹ ਤਾਂ ਫਿਰ ਮਾਰਗ ਤੇ ਦ੍ਰਿੜਤਾ ਸਹਿਤ ਪਹਿਰਾ ਦੇਣਾ ਪੈਂਦਾ ਹੈ। ਬਾਬਾ ਲਹਿਣਾ ਜੀ ਨੇ ਪਹਿਰਾ ਦਿੱਤਾ ਜੀ ਬਚਨਾਂ ਤੇ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਆਪਾਂ ਤਾਂ ਕਹਿੰਦੇ ਸੇਵਾ ਵੀ ਸਾਡੇ ਸਟੈਂਡਰਡ ਦੀ ਹੋਵੇ। ਕਈ ਕਹਿੰਦੇ ਸੁਣੀਦੇ ਐ, ਸਾਡੇ ਲਾਇਕ ਕੋਈ ਸੇਵਾ ਹੋਈ ਤਾਂ ਦੱਸਿਓ ਜੀ, ਸਾਡੇ ਲਾਇਕ ਕੋਈ ਸੇਵਾ ਹੋਈ ਵੀ ਤੈਂ ਸੇਵਾ ਦੇ ਲਾਇਕ ਬਣਨਾ ਕਿ ਸੇਵਾ ਤੇਰੇ ਲਾਇਕ ਬਣੇ। ਆਪਣੇ ਆਪ ਨੂੰ ਕਹੋ ਵੀ ਮਹਾਰਾਜ ਅਸੀਂ ਕਿਸੇ ਸੇਵਾ ਦੇ ਲਾਇਕ ਹੋਏ ਤਾਂ ਸਾਨੂੰ ਦੱਸਿਓ, ਅਸੀਂ ਕਿਸੇ ਸੇਵਾ ਦੇ ਲਾਇਕ ਹੋਏ। ਸੇਵਾ ਨੇ ਤੇਰੇ ਲਾਇਕ ਨਹੀਂ ਬਣਨਾ, ਤੈਂ ਸੇਵਾ ਦੇ ਲਾਇਕ ਬਣਨਾ। ਸੇਵਾ ਤਾਂ ਬਹੁਤ ਵੱਡਮੁੱਲੀ ਹੈ, ਉੱਚੀ ਹੈ। ਹੁਣ ਬਾਬਾ ਲਹਿਣਾ ਜੀ ਮਹਾਰਾਜ ਦੇ ਬਚਨਾਂ ਦੀ ਕਮਾਈ ਕਰ ਰਹੇ। ਲਾਲਾ ਸਖਤ ਕਸਵਟੀਆਂ ਪਰਖਦਾ ਏ ਰੱਬ, ਪਰਖਦਾ ਏ ਭਗਤਾਂ ਪਿਆਰਿਆਂ ਨੂੰ। ਕਦੇ ਦੇਗਾਂ ਦੇ ਵਿੱਚ ਹੈ ਕਾੜ ਦਿੰਦਾ, ਕਦੇ ਫੇਰਦਾ ਸਿਰਾਂ ਤੇ ਆਰਿਆਂ ਨੂੰ। ਐਡੀ ਸੌਖੀ ਨਹੀਂ ਖੇਡ ਇਹ, ਬੜੀ ਔਖੀ ਖੇਡ ਹੈ, ਬੜੀ ਮੁਸ਼ਕਲ ਹੈ। ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਸ਼ਲੋਕ 12 ਤੇ ਵਧੀਕ ਸਿਰਲੇਖ ਦੇ ਅੰਦਰ। ਸਿਰ ਤਲੀ ਤੇ ਰੱਖ ਕੇ ਆਉਣਾ ਪੈਂਦਾ ਹੈ, ਆਪਣਾ ਆਪ ਮਿਟਾਉਣਾ ਪੈਂਦਾ ਹੈ। ਹਰ ਬਚਨ ਮਹਾਰਾਜ ਦਾ ਸਤ ਬਚਨ ਕਰਕੇ ਆਪਣੇ ਆਪ ਨੂੰ ਮਿਟਾ ਦਿੱਤਾ। ਪਰਖਾਂ ਬੜੀਆਂ ਹੋਈਆਂ। ਅੱਧੀ ਰਾਤ ਦਾ ਸਮਾਂ, ਇੱਕ ਦਿਨ ਥੋੜਾ ਹੀ ਸਮਾਂ ਅਜੇ ਵਿਸ਼ਰਾਮ ਕਰਦਿਆਂ ਨੂੰ ਹੋਇਆ ਸੀ। ਮਹਾਰਾਜ ਇੱਕਦਮ ਉੱਠੇ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠੇ, ਆਵਾਜ਼ ਦਿੱਤੀ, ਉਠੋ ਭਾਈ ਅੰਮ੍ਰਿਤ ਵੇਲਾ ਬੀਤ ਗਿਆ, ਦਿਨ ਚੜ ਗਿਆ। ਸੁੱਤੇ ਹੀ ਰਹਿ ਗਏ ਆਪਾਂ ਤਾਂ, ਉਠੋ ਛੇਤੀ ਇਸ਼ਨਾਨ ਕਰੋ। ਬਾਬਾ ਬੁੱਢਾ ਸਾਹਿਬ ਜੀ ਹੋਰ ਸਾਰੇ ਜਿੰਨੇ ਸਿੱਖ ਸਨ ਉੱਠੇ। ਭਾਈ ਭਗੀਰਥ ਜੀ ਬਾਹਰ ਜਾ ਕੇ ਤਾਰਿਆਂ ਵੱਲ ਦੇਖਦੇ, ਤਾਰਿਆਂ ਦਾ ਅੰਦਾਜ਼ਾ ਲਾਇਆ। ਅੰਦਰ ਆ ਕੇ ਕਹਿੰਦੇ ਮਹਾਰਾਜ ਹਜੂਰ ਨੂੰ ਭੁਲੇਖਾ ਲੱਗ ਗਿਆ, ਹਜੂਰ ਅਜੇ ਅੱਧੀ ਰਾਤ ਹੈ, ਅੰਮ੍ਰਿਤ ਵੇਲਾ ਬੀਤਿਆ ਨਹੀਂ। ਮਹਾਰਾਜ ਕਹਿੰਦੇ ਤੈਨੂੰ ਨਹੀਂ ਕੁਝ ਵੀ ਪਤਾ, ਭਾਈ ਬੁੱਢਾ ਜੀ ਤੁਸੀਂ ਦੇਖ ਕੇ ਆਓ। ਬਾਬਾ ਬੁੱਢਾ ਸਾਹਿਬ ਜੀ ਦੇਖਣ ਗਏ, ਉਹਨੇ ਵੀ ਤਾਰਿਆਂ ਦੀ ਦਿਸ਼ਾ ਦੇਖੀ, ਅੰਦਾਜ਼ਾ ਲਾਇਆ, ਆਗੇ ਵਾਪਸ। ਮਹਾਰਾਜ ਭਾਈ ਭਗੀਰਥ ਸੱਚ ਕਹਿੰਦਾ ਹੈ, ਅਜੇ ਅੱਧੀ ਰਾਤ ਹੈ, ਅਜੇ ਅੰਮ੍ਰਿਤ ਵੇਲਾ ਨਹੀਂ ਹੋਇਆ। ਭਾਈ ਲੈਣਿਆ ਤੂੰ ਦੇਖ ਕੇ ਆ, ਦਿਨ ਚੜਿਆ ਹੋਇਆ, ਇਹ ਕਹੀ ਜਾਂਦੇ ਅੱਧੀ ਰਾਤ ਹੈ। ਗਏ ਦੇਖਣ, ਮੁੜ ਆਏ, ਦੱਸ ਬਈ। ਕਹਿੰਦੇ ਮਹਾਰਾਜ ਜੋ ਹਜੂਰ ਕਹਿ ਰਹੇ ਹੋ ਆਪ ਜੀ ਬਿਲਕੁਲ ਠੀਕ ਹੈ, ਮਹਾਰਾਜ ਦਿਨ ਚੜ ਗਿਆ। ਬਾਬਾ ਬੁੱਢਾ ਸਾਹਿਬ ਬਾਹੋਂ ਫੜ ਕੇ ਕਹਿੰਦੇ ਨੇ ਲੈਣਿਆ ਜੇ ਤੈਨੂੰ ਤਾਰਿਆਂ ਦੀ ਦਿਸ਼ਾ ਨਹੀਂ ਦੇਖਣੀ ਆਂਦੀ ਤਾਂ ਸਾਨੂੰ ਦੱਸ ਤਾਰੇ ਦੇਖ ਕੀ ਕਹਿ ਰਹੇ ਐ।
ਆ ਬਾਹਰ ਤੈਨੂੰ ਦੱਸ, ਆ ਦੇਖ ਤਾਰੇ ਕੀ ਕਹਿ ਰਹੇ ਐ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਤਾਰੇ ਝੂਠ ਬੋਲ ਸਕਦੇ ਨੇ, ਮੇਰਾ ਗੁਰੂ ਨਾਨਕ ਕਦੇ ਝੂਠ ਨਹੀਂ ਬੋਲਦਾ। ਆਖੋ ਸਤਨਾਮ। ਇੰਨਾ ਭਰੋਸਾ, ਇੰਨਾ ਆਪਣੇ ਗੁਰੂ ਤੇ ਯਕੀਨ ਹੋਵੇ, ਇੰਨਾ ਭਰੋਸਾ। ਮੇਰਾ ਗੁਰੂ ਝੂਠ ਨਹੀਂ। ਜੇ ਮੇਰਾ ਗੁਰੂ ਨਾਨਕ ਸਾਹਿਬ ਕਹਿ ਰਹੇ ਦਿਨ ਚੜ ਗਿਆ, ਫਿਰ ਚੜਿਆ ਹੋਇਆ ਦਿਨ, ਫਿਰ ਰਾਤ ਨਹੀਂ ਹੈ। ਇਹੀ ਬਚਨ ਆਪਾਂ ਨੂੰ ਗੁਰੂ ਰਾਮਦਾਸ ਜੀ ਸਮਝਾਉਂਦੇ ਨੇ ਨਾ, ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਗੁਰੂ ਨੇ ਕਿਹਾ ਉਹਨੂੰ ਭਲਾ ਕਰਕੇ ਮਨ, ਆਪਣੀ ਅਕਲ ਵਿਚਾਲੇ ਨਾ ਲੈ ਕੇ ਆ, ਆਪਣੀ ਅਕਲ ਨਾ ਲਿਆ ਵਿਚਾਲੇ। ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ। ਗੁਰੂ ਨੇ ਜੋ ਆਖਿਆ ਉਹਨੂੰ ਵਚਨ ਨੂੰ ਮੰਨ, ਆਪਣੀ ਅਕਲ ਨੂੰ ਇੱਕ ਪਾਸੇ ਛੱਡ ਦੇ। ਹੁਣ ਗੁਰਮੁਖੋ ਇੱਕ ਪਰਖ ਬਾਰੇ ਭਾਈ ਮੁਹੱਬਤ ਸਿੰਘ ਹੋਰੀ ਬਚਨ ਕਰਦੇ ਸੀ ਵੀ ਗਾਰੇ ਦੇ ਲਿਬੜੇ ਹੋਏ ਪੱਠਿਆਂ ਦੀ ਪੰਡ ਚਕਾਈ, ਚਿੱਕੜ ਚੋ ਚੋ ਕੇ ਬਸਤਰ ਵੀ ਭਿੱਜ ਗਏ। ਮਾਤਾ ਜੀ ਨੇ, ਮਾਤਾ ਸੁਲੱਖਣੀ ਜੀ ਨੇ ਕਿਹਾ ਵੀ ਮਹਾਰਾਜ ਜੇ ਲੈਣਾ ਤੁਹਾਡਾ ਬਚਨ ਨਹੀਂ ਮੋੜਦਾ, ਅੱਜ ਇਹਨੂੰ ਗਾਰਾ ਹੀ ਚਕਾਤਾ। ਮਰ ਕਹਿੰਦੇ ਗਾਰਾ ਨਹੀਂ ਹੈ, ਇਹ ਤਾਂ ਚੰਦਨ ਦਾ ਲੇਪ ਕੀਤਾ ਹੋਇਆ ਹੈ, ਚੰਦਨ ਦਾ ਲੇਪ ਕੀਤਾ ਹੋਇਆ ਹੈ। ਕਹਿੰਦੇ ਸੁਲੱਖਣੀ ਇਹ ਪੰਡ ਭਾਰੀ, ਇਹ ਤੋਂ ਬਿਨਾ ਕਿਸੇ ਨੇ ਚੱਕਣੀ ਵੀ ਨਹੀਂ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਭਾਰੀ ਪੰਡ ਇਹੀ ਚੱਕਣ ਜੋਗਾ ਹੈ। ਉਹ ਪੰਡ ਪੱਠਿਆਂ ਦੀ ਪੰਡ ਦੀ ਗੱਲ ਨਹੀਂ ਸੀ ਚੱਲ ਰਹੀ, ਉਹ ਗੁਰੂ ਨਾਨਕ ਦੇ ਘਰ ਦੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੀ ਗੱਲ ਸੀ। ਇਹ ਪਾਂਡੇ ਤੋਂ ਬਿਨਾ ਕੌਣ ਚੱਕੇ। ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸੁਭਾਏਮਾਨ ਬਿਰਾਜਮਾਨ ਹੋ ਗਏ ਖਡੂਰ ਸਾਹਿਬ ਦੀ ਧਰਤੀ ਤੇ, ਸਾਧ ਸੰਗਤ ਜੀ ਸਿੱਧ ਮੰਡਲੀ ਮਹਾਰਾਜ ਨੂੰ ਮਿਲਣ ਵਾਸਤੇ। ਦੇਖੀਏ ਤਾਂ ਸਹੀ, ਐਡਾ ਸਤਪੁਰਖ ਪੂਰਨ ਪੁਰਖ ਗੁਰੂ ਨਾਨਕ। ਪਤਾ ਲੱਗਿਆ ਕਿਸੇ ਗ੍ਰਸਤੀ ਨੂੰ ਗਾਹਾਂ ਗੁਰੂ ਥਾਪ ਕੇ ਗਾਹਾਂ ਗੱਦੀ ਦੇ ਕੇ ਗਿਆ ਵੀ ਇਹੋ ਜਿਹਾ ਕੌਣ ਹੋਏਗਾ ਜਿਹਨੇ ਗੁਰੂ ਨਾਨਕ ਨੂੰ ਰਿਝਾ ਲਿਆ ਹੋਵੇ। ਦਰਸ਼ਨ ਤਾਂ ਕਰੀਏ ਜਾ ਕੇ, ਦੇਖੀਏ ਤਾਂ ਸਹੀ। ਜਦੋਂ ਮਹਾਰਾਜ ਦੇ ਕੋਲ ਆਏ ਗੁਰੂ ਅੰਗਦ ਦੇਵ ਜੀ ਦੇ ਕੋਲ, ਆਦੇਸ਼ ਆਦੇਸ਼ ਮਾਰ ਕਹਿੰਦੇ ਸਤਪੁਰਖ ਕੋ ਆਦੇਸ਼, ਆਓ ਜੋਗੀ ਜਨੋ ਜੋਗੀਸ਼ਵਰੋ ਧੰਨ ਭਾਗ ਸਾਡੇ, ਆਓ ਮਹਾਪੁਰਸ਼ੋ ਆਸਣ ਗ੍ਰਹਿਣ ਕਰੋ। ਬੈਠੇ ਸਵਾਲ ਕਰਿਆ, ਕਹਿੰਦੇ ਤੁਸੀਂ ਗੁਰੂ ਨਾਨਕ ਨੂੰ ਕਿਵੇਂ ਰਿਝਾਇਆ ਹੈ? ਸਾਨੂੰ ਇਸ ਗੱਲ ਦਾ ਗੁਰੂ ਨਾਨਕ ਨੂੰ ਕਿਵੇਂ ਰਿਝਾਇਆ ਤੁਸੀਂ? ਗੁਰੂ ਅੰਗਦ ਦੇਵ ਜੀ ਮਹਾਰਾਜ ਨਿਮਰਤਾ ਦੇ ਘਰ ਵਿੱਚ ਨੇਤਰਾਂ ਵਿੱਚ ਜਲ ਆ ਗਿਆ। ਜਵਾਬ ਦਿੰਦਿਆਂ ਹੱਥ ਜੋੜ ਕੇ ਬੇਨਤੀ ਕੀਤੀ, ਐ ਜੋਗੀਸ਼ਰੋ ਮੇਰਾ ਕੋਈ ਕਰਮ ਨਹੀਂ ਵੀ ਮੈਂ ਗੁਰੂ ਨਾਨਕ ਨੂੰ ਰਿਝਾ ਲੈਂਦਾ, ਇਹ ਤੇ ਗੁਰੂ ਨਾਨਕ ਦੀ ਕਿਰਪਾ ਹੀ ਸੀ। ਇਹ ਤੇ ਗੁਰੂ ਨਾਨਕ ਦੀ ਕਿਰਪਾ ਹੀ ਸੀ। ਇਹ ਤਾਂ ਮੇਰੇ ਮਾਲਕ ਨੇ ਮੇਰੇ ਤੇ ਤਰਸ ਕੀਤਾ। ਹੁਣ ਇੱਕ ਵਿੱਚੋਂ ਬੋਲਿਆ, ਸਾਨੂੰ ਪਤਾ ਲੱਗਿਆ ਭਈ ਜਦੋਂ ਤੁਹਾਨੂੰ ਗੱਦੀ ਦਿੱਤੀ ਹੈ ਗੁਰੂ ਨਾਨਕ ਮਹਾਰਾਜ ਨੇ ਤੁਹਾਨੂੰ ਮੱਥਾ ਟੇਕਿਆ ਹੈ। ਦੱਸੋ ਕੀ ਇਹ ਸੱਚ ਹੈ? ਗੁਰੂ ਨਾਨਕ ਨੂੰ ਤੁਸੀਂ ਕਿਵੇਂ ਮੱਥਾ ਟੇਕਣ ਦੇ ਦਿੱਤਾ? ਗੁਰੂ ਨਾਨਕ ਮਹਾਰਾਜ ਨੇ ਤੁਹਾਨੂੰ ਮੱਥਾ ਟੇਕਿਆ, ਸੱਚ ਹੈ ਇਹ? ਸੀ ਤੇ ਸੱਚ, ਪਰ ਹੁਣ ਜਵਾਬ ਦੇਣਾ ਬੜਾ ਔਖਾ ਹੈ। ਇੱਥੇ ਬੁੱਧੀ ਜਵਾਬ ਦੇ ਜਾਂਦੀ। ਕਿਵੇਂ ਕਹੀਏ? ਜੇ ਕਹੀਏ ਹਾਂ ਮੇਰੇ ਗੁਰੂ ਨੇ ਮੈਨੂੰ ਮੱਥਾ ਟੇਕਿਆ ਤਾਂ ਫਿਰ ਇਦੋਂ ਪਰੇ ਹੰਕਾਰ ਕੀ ਹੋਇਆ? ਜੇ ਕਹੀਏ ਨਹੀਂ ਟੇਕਿਆ ਤਾਂ ਝੂਠ ਹੈ, ਮੱਥਾ ਟੇਕਿਆ ਹੈ। ਜਵਾਬ ਦਿਓ। ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਐ ਜੋਗੀਸ਼ਰੋ ਮਹਾਂਪੁਰਖੋ ਬਸ ਐ ਸਮਝ ਲਓ ਭਈ ਜਿਵੇਂ ਇੱਕ ਬੱਚਾ ਮਿੱਟੀ 'ਚ ਲਿਬੜਿਆ ਪਿਆ ਹੈ, ਮਲ ਮੂਤਰ ਨਾਲ ਗੰਦਗੀ ਨਾਲ ਲਿਬੜਿਆ ਪਿਆ ਹੈ, ਉਹਨੂੰ ਲਿਬੜੇ ਹੋਏ ਨੂੰ ਚੱਕਣ ਵਾਸਤੇ ਮਾਂ ਨੂੰ ਝੁਕਣਾ ਹੀ ਪੈਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਂ ਨੂੰ ਝੁਕਣਾ ਪੈਂਦਾ ਹੈ। ਬਸ ਐਂ ਗੁਰੂ ਨਾਨਕ ਝੁਕਿਆ ਸੀ ਮੈਨੂੰ ਡਿੱਗੇ ਹੋਏ ਨੂੰ ਚੱਕਣ ਵਾਸਤੇ। ਮੱਥਾ ਨਹੀਂ ਸੀ ਉਹ ਤੇ ਮੈਨੂੰ ਡਿੱਗੇ ਹੋਏ ਨੂੰ ਚੱਕਣ ਵਾਸਤੇ ਗੁਰੂ ਨਾਨਕ ਝੁਕਿਆ ਸੀ। ਮੈਂ ਕੌਣ ਆ ਗੁਰੂ ਨਾਨਕ ਕੋਲ ਮੱਥਾ ਟਿਕਾ ਲਵਾਂ? ਮੇਰੇ 'ਚ ਕੀ ਤਾਕਤ ਹੈ? ਇਹ ਤਾਂ ਮੇਰੇ ਮਾਲਕ ਨੇ ਮੈਨੂੰ ਡਿੱਗੇ ਹੋਏ ਨੂੰ ਚੱਕਿਆ ਹੈ।
ਐਸਾ ਪਿਆਰ ਇਹ ਐਵੇਂ ਨਹੀਂ ਦਰਜਾ ਹਾਸਲ ਹੋਇਆ। ਨਾਮ ਤਾਂ ਬੇਸ਼ੱਕ ਜਿੱਡੇ ਜਿੱਡੇ ਵੱਡੇ ਮਰਜੀ ਅਸੀਂ ਆਪਣੇ ਰਖਾ ਲਈਏ, ਕੱਲਾ ਬਾਬਾ ਲਫ਼ਜ਼ ਨਾਲ ਵੀ ਨਹੀਂ ਸਰਦਾ, ਸੰਤ ਵੀ ਚਾਹੀਦਾ, ਫਿਰ ਮੋਹਰੇ ਸ਼੍ਰੀਮਾਨ ਵੀ ਚਾਹੀਦਾ। ਫਿਰ ਇੱਕ ਅੱਧਾ ਵਿਸ਼ਲੇਸ਼ਣ ਹੋਰ ਲੱਗ ਜਾਵੇ ਤਾਂ ਹੋਰ ਥੋੜੇ ਜਿਹੇ ਅਸੀਂ ਚੌੜੇ ਹੋ ਜਾਈਦਾ ਬਈ ਹਾਂ ਸਾਡੀ ਵਧੀਆ ਵਡਿਆਈ ਕਰੋ ਜੀ। ਆ ਵਿਸ਼ਲੇਸ਼ਣਾਂ ਦੇ ਤਾਂ ਪੱਟੇ ਹੋਏ ਆ। ਭਜਨ ਬੰਦਗੀ ਸਿਮਰਨ ਜਪ ਤਪ ਬਈ ਜਿਨ੍ਹਾਂ ਦੇ ਪੱਲੇ ਹੈ ਉਹਨਾਂ ਦਾ ਰੱਜ ਕੇ ਸਤਿਕਾਰ ਕਰੋ। ਪਰ ਅੱਜ ਦੇ ਸਮੇਂ 'ਚ ਕੱਲਾ ਭੇਖ ਦੇਖ ਕੇ ਭੁਲੇਖਾ ਨਾ ਖਾਇਓ ਵੀ ਸਾਰੇ ਸੰਤ ਹੀ ਤੁਰੇ ਫਿਰਦੇ ਆ। ਇਹ ਭੇਖ ਦੇਖ ਕੇ ਭੁਲੇਖਾ ਨਾ ਖਾਇਓ, ਕੱਲੇ ਕੱਪੜੇ ਦੇਖ ਕੇ ਭੁਲੇਖਾ ਨਾ ਖਾਇਓ। ਸਾਡੇ ਸੰਤ ਜੀ ਮਹਾਰਾਜ ਵਚਨ ਕਰਦੇ ਹੁੰਦੇ ਆ, ਕੱਪੜੇ ਪਾਣੇ ਸੌਖੇ ਆ, ਸੰਤ ਤਾਂ ਮਰ ਕੇ ਬਣੀਦਾ। ਸੰਤ ਮਰ ਕੇ ਬਣੀਦਾ, ਕੱਪੜੇ ਪਾਇਆ ਨਹੀਂ ਸੰਤ ਬਣ ਜਾਈਦਾ। ਕਮਾਈ ਸਤਿਪੁਰਸ਼ ਜੋ ਘਾਲਣਾ ਘਾਲਦੇ ਆ, ਨਮਸਕਾਰਾਂ ਉਸ ਨੂੰ ਕਮਾਈ ਨੂੰ। ਤੋ ਬੇਨਤੀ ਕਰ ਰਿਹਾ ਸਤਨ ਬਾਬਾ ਲਹਿਣਾ ਜੀ ਮਹਾਰਾਜ, ਜੋ ਅਖੀਰ ਵਿੱਚ ਪ੍ਰੀਖਿਆ ਹੋਈ। ਮੇਰੇ ਚੰਦ ਮਿੰਟ ਰਹਿ ਗਏ, ਮੈਂ ਕੇਵਲ ਉਹਨੇ ਸਮੇਂ ਦੇ ਵਿੱਚ ਆਪ ਜੀ ਨੂੰ ਉਹ ਵਚਨ ਸੁਣਾ ਕੇ ਤੇ ਫਿਰ ਮਾਫੀ ਮੰਗਾ। ਕਰਤਾਰਪੁਰ ਸਾਹਿਬ ਦੀ ਧਰਤੀ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਨਵੇਕਲਾ ਹੀ ਰੂਪ ਧਾਰ ਲਿਆ। ਇੱਕ ਡੰਡਾ ਫੜ ਲਿਆ ਹੱਥ ਵਿੱਚ, ਸ਼ਿਕਾਰੀਆਂ ਵਾਲਾ ਰੂਪ। ਬੇਅੰਤ ਸੰਗਤ ਆਈ ਹੋਈ ਹੈ। ਅੱਛਾ ਭਾਈ ਹੁਣ ਅਸੀਂ ਚਲੇ ਜਾਣਾ ਸੱਚਖੰਡ ਨੂੰ, ਤੁਸੀਂ ਜਾਓ ਆਪਣੇ ਘਰਾਂ ਨੂੰ। ਕਈ ਚਲੇ ਗਏ, ਮਹਾਰਾਜ ਜੰਗਲ ਵਾਲੇ ਪਾਸੇ ਨੂੰ ਹੋ ਤੁਰੇ, ਬਾਕੀ ਮਗਰ ਤੁਰ ਪਏ ਸਾਰੇ। ਮਹਾਰਾਜ ਅਸੀਂ ਤਾਂ ਨਾਲ ਹੀ ਜਾਣਾ। ਸੂਰਜ ਪ੍ਰਕਾਸ਼ ਦਾ ਕਰਤਾ ਲਿਖਦਾ ਹੈ, ਹਜ਼ੂਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਦ੍ਰਿਸ਼ਟੀ ਕੀਤੀ, ਸੋਨੇ ਚਾਂਦੀ ਦੇ ਗਹਿਣਿਆਂ ਦਾ ਢੇਰ ਲੱਗ ਗਿਆ। ਆ ਚੱਕੋ ਬਈ, ਲੋੜਵੰਦ ਹੋ ਤੁਸੀਂ ਲੋਕ, ਆ ਪਦਾਰਥ ਚੱਕ ਲਓ, ਸੋਨਾ ਚਾਂਦੀ ਚੱਕੋ, ਜਾਓ ਬਈ, ਸਾਤੋਂ ਕੀ ਲੈਣਾ ਹੈ। ਕਈ ਉਹ ਪਦਾਰਥ ਚੱਕ ਕੇ ਵੀ ਚੱਲ ਗਏ, ਤੁਰ ਗਏ। ਉਦੋਂ ਗਾਹਾਂ ਹੋ ਜੇ ਵੀ ਮਗਰ ਅੱਛਾ ਹੀਰੇ ਜਵਾਹਰਾਤਾਂ ਦਾ ਢੇਰ ਲੱਗਿਆ ਦਿਖਾਲਤਾ, ਆ ਚੱਕ ਲੋ, ਲੈ ਜਾਓ, ਚਲੇ ਜਾਓ। ਮਹਾਰਾਜ ਦਾ ਬਚਨ ਆਉਂਦਾ ਇੱਕ ਗੁਰਬਾਣੀ 'ਚ, ਕਹਿੰਦੇ ਕੀਤੇ ਕੋ ਮੇਰਾ ਸਮਾਨੈ ਕਰਨਹਾਰ ਤ੍ਰਿਣ ਜਾਣੈ। ਤ੍ਰਿਣ ਕਹਿੰਦੇ ਨੇ ਕੱਖ ਨੂੰ, ਕਹਿੰਦੇ ਮੂਰਖ ਬੰਦਾ ਕਰਤੇ ਦੀ ਬਣਾਈ ਹੋਈ ਰਚਨਾ ਨੂੰ ਤਾਂ ਸਮੇਰ ਪਰਬਤ ਜਿੱਡੀ ਸਮਝਦਾ ਹੈ, ਪਰ ਕਰਤੇ ਨੂੰ ਕੱਖ ਵੀ ਨਹੀਂ ਸਮਝਦਾ। ਪਦਾਰਥਾਂ ਨਾਲ ਪ੍ਰੇਮ ਕਰਦਾ ਹੈ, ਦਾਤ ਪਿਆਰੀ ਵਿਸਰਿਆ। ਕੋਠੀਆਂ 'ਚ ਰਹਿੰਦੇ ਹੋ, ਚੰਗੀਆਂ ਗੱਡੀਆਂ ਦੇ ਝੂਟੇ ਲੈਂਦੇ ਹੋ, ਚੰਗੇ ਕੱਪੜੇ ਪਹਿਨਦੇ ਹੋ, ਚੰਗੇ ਪਦਾਰਥ ਖਾਂਦੇ ਹੋ, ਪਰ ਤੈਨੂੰ ਦਾਤ ਪਿਆਰੀ ਹੋਈ, ਦੇਣੇ ਵਾਲਾ ਵਿਸਰ ਗਿਆ। 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 ਤੈਨੂੰ ਦਾਤ ਪਿਆਰੀ ਹੋਈ, ਦੇਣੇ ਵਾਲਾ ਵਿਸਰ ਗਿਆ। ਤੈਨੂੰ ਦੇਣੇ ਵਾਲਾ ਵਿਸਰ ਗਿਆ। ਦਾਤ ਪਿਆਰੀ ਹੋਈ, 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 ਦੇਣੇ ਵਾਲਾ ਵਿਸਰ ਗਿਆ। ਤੈਨੂੰ ਦਾਤ ਪਿਆਰੀ ਹੋਈ, ਦੇਣੇ ਵਾਲਾ ਵਿਸਰ ਗਿਆ। ਦੇਣੇ ਵਾਲਾ ਵਿਸਰ ਗਿਆ।
ਦਾਤੇ ਨੂੰ ਭੁੱਲ ਜਾਂਦਾ ਹੈ, ਦਾਤਾਂ ਨਾਲ ਪਿਆਰ ਪਾ ਬੈਠਦਾ ਹੈ। ਮਹਾਰਾਜ ਕਹਿੰਦੇ ਜਿਹ ਪ੍ਰਸਾਦ ਬਸਹਿ ਸੁਖ ਮੰਦਰ ਤਿਸਹਿ ਧਿਆਏ ਸਦਾ ਮਨ ਅੰਦਰ। ਜਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ। ਜਹ ਪ੍ਰਸਾਦ ਰੰਗ ਰਸ ਭੋਗ ਮਨ ਸਦਾ ਧਿਆਈਐ ਧਿਆਵਨ ਜੋਗ। ਜਹ ਪ੍ਰਸਾਦ ਪਾਟ ਪਟੰਬਰ ਹਟਾਵ ਹੈ ਤਿਸਹਿ ਤਿਆਗ ਕਾਤਾ ਪਰ ਲੁਭਾਵ ਹੈ। ਸੋ ਰਹੋ ਵਿਚਾਰ। ਪਦਾਰਥਾਂ ਦੀ ਇਸ ਹੱਦ ਨੂੰ 6 ਸਿੱਖਾਂ ਨੇ ਟੱਪਿਆ। ਸੰਘਣੇ ਜੰਗਲ ਵਿੱਚ ਮਹਾਰਾਜ ਚਲੇ ਗਏ, ਦੇਖਿਆ ਅਜੇ ਵੀ ਇਹ ਆ ਰਹੇ ਨੇ ਪਿੱਛੇ, ਬਾਬਾ ਬੁੱਢਾ ਜੀ, ਭਾਈ ਲਹਿਣਾ ਜੀ, ਭਾਈ ਭਗੀਰਥ ਜੀ ਵਰਗੇ। ਜਾਂਦੇ ਨਹੀਂ ਬਈ ਤੁਸੀਂ ਕੀ ਗੱਲ? ਮਹਾਰਾਜ ਅਸੀਂ ਤਾਂ ਤੁਹਾਡੇ ਨਾਲ ਹੀ ਜਾਣਾ। ਕਿੱਥੇ ਨੂੰ ਜਾਈਏ? ਹੁਣ ਜਿਹੜਾ ਡੰਡਾ ਫੜਿਆ ਹੋਇਆ ਹੱਥ, ਡਾਂਗ ਫੜੀ ਹੋਈ, ਕਹਿੰਦੇ ਦੇਖਦੇ ਆਂ ਵੀ ਕਿਹੜਾ ਜਾਂਦਾ ਹੈ। ਕੇਤਿਆਂ ਦੁੱਖ ਭੂਖ ਸਦ ਮਾਰ ਇਹ ਬੇਦਾਤ ਤੇਰੀ ਦਾਤਾ। ਮੈਂ ਵੀ ਰੋਜ਼ ਪੜ੍ਹਦਾ, ਤੁਸੀਂ ਵੀ ਰੋਜ਼ ਪੜ੍ਹਦੇ ਹੋਵੋਗੇ, ਪਰ ਆਪਣੇ ਅੰਦਰ ਝਾਤੀ ਮਾਰ ਕੇ ਦੱਸੋ ਵੀ ਜਿੱਦਣ ਦੁੱਖ ਆਉਂਦਾ ਹੈ ਉਸ ਦਾਤੇ ਦੀ ਦਾਤ ਪਿਆਰੀ ਲੱਗਦੀ ਹੈ? ਉਹ ਸੁੱਖਾਂ ਦੀ ਦਾਤ ਤਾਂ ਸਭ ਨੂੰ ਪਿਆਰੀ ਲੱਗਦੀ ਹੈ, ਦੁੱਖ ਆਉਣ ਵੇਲੇ ਤਾਂ ਗਾਲਾਂ ਹੀ ਕੱਢਦੇ ਹਨ। ਦੁੱਖ ਤਾਂ ਨਹੀਂ ਕਿਸੇ ਨੂੰ ਵੀ ਚੰਗਾ ਲੱਗਦਾ, ਪਰ ਮਹਾਰਾਜ ਕਹਿੰਦੇ ਦੁੱਖ ਵੀ ਉਹਦੀ ਦਾਤ ਹੈ, ਦੁੱਖ ਵੀ ਦਾਤ ਹੈ ਉਹਦੀ। ਹੁਣ ਡਾਂਗ ਚੱਕ ਲਈ ਮਹਾਰਾਜ ਨੇ, ਦੋ ਡਾਂਗਾਂ ਜਦ ਪਈਆਂ, ਜਿਹਦੇ ਪੈਂਦੀਆਂ ਨੇ ਉਹੀ ਉੱਥੋਂ ਭੱਜ ਕੇ ਝਾੜੀ ਉਹਲੇ ਲੁਕ ਜਾਂਦਾ ਹੈ। ਬਾਬਾ ਬੁੱਢਾ ਸਾਹਿਬ ਵੀ ਅੱਛਾ ਝਾੜੀ ਉਹਲੇ, ਚਲੋ ਜੀ ਮਹਾਰਾਜ ਬਾਬੇ ਲਹਿਣੇ ਦੇ ਡਾਂਗਾਂ ਪਈਆਂ, ਮਹਾਰਾਜ ਨਹੀਂ ਗਏ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ। ਬਹਿ ਗਏ, ਮਹਾਰਾਜ ਡਾਂਗਾ ਮਾਰਦੇ, ਜਾਂਦਾ ਨਹੀਂ। ਮਹਾਰਾਜ ਕਿੱਥੇ ਜਾਵਾਂ? ਜਿੱਥੇ ਬਾਕੀ ਗਏ ਕਹਿੰਦੇ ਮਹਾਰਾਜ ਉਹਨਾਂ ਦਾ ਕੋਈ ਹੋਏਗਾ ਤਾਂ ਉਹ ਚਲੇ ਗਏ, ਮੇਰਾ ਤੇਰੇ ਬਿਨਾ ਹੈ ਹੀ ਕੋਈ। ਆਖੋ ਸਤਨਾਮ ਸ਼੍ਰੀ ਵਾਹਿ। ਜਿੱਦਣ ਗੁਰੂ ਨਾਨਕ ਦੇ ਚਰਨਾਂ 'ਚ ਆਹ ਗੱਲ ਕਹਿ ਦਿਓਗੇ ਨਾ, ਮੇਰਾ ਤੇਰੇ ਬਿਨਾ ਹੈ ਹੀ ਕੋਈ ਨਹੀਂ, ਸੱਚ ਜਾਣਿਓ ਗੁਰੂ ਨਾਨਕ ਦੇ ਕਲਾਵੇ ਵਿੱਚ ਆ ਜਾਓਗੇ ਤੁਸੀਂ। ਮੇਰਾ ਤੇਰੇ ਬਿਨਾ ਹੈ ਹੀ ਕੋਈ ਨਹੀਂ, ਜਾਵਾਂ ਕਿੱਥੇ? ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਮੇਰਾ ਤਾਂ ਇੱਕ ਤੂੰ ਹੀ ਹੈ। ਮਾਰ ਕਹਿੰਦੇ ਡਾਂਗਾਂ ਪੈਂਦੀਆਂ ਸੱਟ ਨਹੀਂ ਲੱਗਦੀ, ਕਹਿੰਦੇ ਮਹਾਰਾਜ ਤੁਸੀਂ ਸਤਿਗੁਰੂ, ਮੈਂ ਤੁਹਾਡਾ ਸੇਵਕ। ਹੋ ਸਕਦਾ ਸੇਵਕ ਦੀ ਕਮੀ ਕੱਢਣ ਵਾਸਤੇ ਅੱਜ ਗੁਰੂ ਨੇ ਡਾਂਗ ਚੱਕੀ ਹੋਵੇ, ਮੈਨੂੰ ਤੁਸੀਂ ਡਾਂਗਾ ਮਾਰ ਮਾਰ ਕੇ ਸਿੱਧਾ ਕਰਨਾ ਹੋਵੇ। ਹੋ ਸਕਦਾ ਮੇਰਾ ਕੋਈ ਬਿੰਗ ਵਾਲ ਕੱਢਣਾ ਹੋਣਾ ਤਾਂ ਹੀ ਡਾਂਗ ਚੱਕੀ ਹੈ, ਉਦਾਂ ਕਾਹਨੂੰ ਡਾਂਗ ਚੱਕਦੇ ਹੋ ਆਪ ਜੀ? ਕੋਈ ਬਿੰਗ ਵਾਲ ਕੱਢਣਾ ਹੋਣਾ, ਸਿੱਧਾ ਕਰਨਾ ਹੋਣਾ ਤਾਂ ਹੀ ਡਾਂਗ ਚੱਕੀ ਹੈ। ਜਾਂਦਾ ਨਹੀਂ, ਕਿੱਥੇ ਜਾਵਾਂ? ਤੁਹਾਡੇ ਬਿਨਾ ਕੌਣ ਹੈ ਮੇਰਾ? ਅੱਛਾ ਨਾਲ ਹੀ ਜਾਣਾ, ਆ ਜਾ ਫਿਰ। ਐ ਲਾਸ਼ ਪਈ ਹੈ ਜੀ, ਕੱਪੜਾ ਉੱਤੇ ਦਿੱਤਾ, ਆ ਮੁਰਦਾ ਖਾ। ਫਿਰ 7 ਵਜਨ ਖੜ ਗਏ, ਖਾਂਦਾ ਨਹੀਂ ਹੈ। ਕਹਿੰਦਾ ਜੀ ਅਗਲਾ ਹੁਕਮ ਉਡੀਕ ਰਿਹਾ ਵੀ ਪੈਰਾਂ ਵੱਲੋਂ ਖਾਵਾਂ ਕਿ ਸਿਰ ਵੱਲੋਂ ਖਾਵਾਂ? ਪੈਰਾਂ ਵੱਲੋਂ ਖਾਵਾਂ ਕਿ ਸਿਰ ਵੱਲੋਂ? ਖਾਣਾ ਹੀ ਹੈ ਜਿੱਧਰੋਂ ਮਰਜੀ ਖਾ। ਕੱਪੜਾ ਚੱਕਿਆ ਤੇ ਇਤਿਹਾਸਕਾਰ ਦੱਸਦੇ ਨੇ, ਕਹਿੰਦੇ ਵੀ ਹੇਠਾਂ ਪ੍ਰਸ਼ਾਦ ਸੀ, ਕਈ ਕਹਿੰਦੇ ਨੇ ਫੁੱਲਾਂ ਦੀ ਢੇਰੀ ਸੀ, ਕਈ ਕਹਿੰਦੇ ਨੇ ਪ੍ਰਸ਼ਾਦ ਸੀ। ਮਹਾਰਾਜ ਨੇ ਏਦਾਂ ਗਲਵਕੜੀ 'ਚ ਲੈ ਲਿਆ, ਗਲਵਕੜੀ 'ਚ ਲੈ ਲਿਆ, ਕਲਾ ਵਿੱਚ ਲੈ ਲਿਆ। ਕਹਿੰਦੇ ਲੈਣਿਆ ਅੱਜ ਤੋਂ ਤੂੰ ਲੈਣਾ ਨਹੀਂ ਰਿਹਾ, ਤੂੰ ਅੰਗਦ ਬਣ ਗਿਆ ਹੈ। ਆਖੋ ਸਤਨਾਮ ਸ਼੍ਰੀ ਵਾਹਿ। ਅੱਜ ਤੋਂ ਤੇਰੇ ਤੇ ਮੇਰੇ 'ਚ ਕੋਈ ਫਰਕ ਨਹੀਂ ਰਿਹਾ। ਆ ਕਸਵੱਟੀ ਝੱਲਣੀ, ਇਹਦੇ ਵਿੱਚੋਂ ਪਾਰ ਹੋਣਾ, ਅੱਵਲ ਦਰਜੇ ਵਿੱਚ ਪਾਸ ਹੋਣਾ, ਇਹ ਸੌਖੀ ਗੱਲ ਨਹੀਂ ਹੈ, ਸੌਖੀ ਗੱਲ ਨਹੀਂ ਹੈ ਇਹ। ਜੀ ਬੰਦਿਓ ਕਰੇ ਖੁਦਾ ਨਦਰ ਗੁਰੂ ਨਾਨਕ, ਬੰਦਿਓ ਕਰੇ ਖੁਦਾ ਨਦਰ ਗੁਰੂ ਨਾਨਕ।